ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਸਵੱਛਤਾ ਅਭਿਆਨ ਚਲਾਇਆ ਗਿਆ। ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਡਾਕਟਰ ਸ਼ਸ਼ੀ ਬਾਲਾ ਅਤੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਜਸਵੀਰਾ ਮਿਨਹਾਸ ਦੀ ਅਗਵਾਈ ਦੇ ਵਿੱਚ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਸਵੱਛਤਾ ਅਭਿਆਨ ਚਲਾਇਆ ਗਿਆ। ਇਸ ਦੌਰਾਨ ਕਾਲਜ ਦੇ NSS ਵਿੰਗ, NCC, ਕੋਮਲ ਕਲਾ ਵਿਭਾਗ, ਇਤਿਹਾਸ ਵਿਭਾਗ, ਕੈਮਿਸਟਰੀ ਵਿਭਾਗ, ਸਰੀਰਕ ਸਿੱਖਿਆ ਵਿਭਾਗ, ਸੰਗੀਤ ਵਿਭਾਗ ਅਤੇ ਪੰਜਾਬੀ ਵਿਭਾਗ ਵੱਲੋਂ ਕਾਲਜ ਕੈਂਪਸ ਵਿੱਚ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਤੇ ਕੋਮਲ ਕਲਾ ਵਿਭਾਗ ਵੱਲੋਂ ਪੋਸਟਰ ਮੇਕਿੰਗ ਪ੍ਰਤੀਯੋਗਿਤਾ, ਇਤਿਹਾਸ ਵਿਭਾਗ ਵੱਲੋਂ ਸਵੱਛਤਾ ਦੇ ਮਹੱਤਵ ਤੇ ਡਿਬੇਟ ਕਰਵਾਈ ਗਈ, ਕੈਮਿਸਟਰੀ ਵਿਭਾਗ ਵੱਲੋਂ ਸਵੱਛਤਾ ਸੈਮੀਨਾਰ, ਸਰੀਰਕ ਸਿੱਖਿਆ ਵਿਭਾਗ ਵੱਲੋਂ ਸਵੱਛਤਾ ਦੌੜ ਅਤੇ ਸੰਗੀਤ ਵਿਭਾਗ ਵੱਲੋਂ ਸਵੱਛਤਾ ਨਾਲ ਸੰਬੰਧਿਤ ਗੀਤ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਸੈਮੀਨਾਰ ਕਰਵਾ ਕੇ ਸਟੂਡੈਂਟਸ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸਟੂਡੈਂਟਸ ਨੇ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦੀ ਸਹੁੰ ਚੁੱਕੀ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਕਾਲਜ ਦੇ ਸਾਰੇ ਵਿਭਾਗਾਂ ਅਤੇ ਕਮਰਿਆਂ ਦੀ ਸਫਾਈ ਕੀਤੀ। ਇਸ ਦੌਰਾਨ ਕਾਲਜ ਦੇ ਵਿੱਚ ਜੋ ਸਫਾਈ ਕੀਤੀ ਗਈ, ਇਸ ਦੌਰਾਨ ਸਾਰੇ ਕਾਲਜ ਕੈਂਪਸ ਨੂੰ ਪਲਾਸਟਿਕ ਮੁਕਤ ਕਰ ਦਿੱਤਾ ਗਿਆ। ਇਸੇ ਦੌਰਾਨ ਕੂੜਾ ਕਰਕਟ ਇਕੱਠਾ ਕੀਤਾ ਗਿਆ, ਉਸ ਨੂੰ ਨਗਰ ਨਿਗਮ ਦੀ ਗੱਡੀ ਦੇ ਵਿੱਚ ਕਾਲਜ ਤੋਂ ਬਾਹਰ ਭੇਜ ਦਿੱਤਾ ਗਿਆ। GVC ਅਪਡੇਟ ਦੇ ਲਈ ਹੁਸ਼ਿਆਰਪੁਰ ਤੋਂ ਨਵਨੀਤ ਸਿੰਘ ਚੀਮਾ ਅਤੇ ਜਤਿੰਦਰ ਪ੍ਰਿੰਸ ਦੀ ਰਿਪੋਰਟ। ਉਹ ਇੱਕ ਸੁਤੰਤਰ ਸੈਨਾਨੀ, ਮਹਾਨ ਨੇਤਾ ਅਤੇ ਇੱਕ ਟੀਚਾ ਪ੍ਰਾਪਤ ਕਰਨ ਲਈ ਅਹਿੰਸਾ ਨੀਤੀ ਦੇ ਸਮਰਥਕ ਸਨ। ਉਹਨਾਂ ਦੀ ਅਗਵਾਈ ਵਿੱਚ 15 ਅਗਸਤ 1947 ਨੂੰ ਭਾਰਤ ਨੂੰ ਅੰਗਰੇਜ਼ਾਂ ਦੇ ਹੱਥੋਂ ਆਜ਼ਾਦੀ ਮਿਲੀ। ਰਾਸ਼ਟਰ ਲਈ ਉਹਨਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਉਹਨਾਂ ਨੂੰ ਭਾਰਤ ਦਾ ਪਿਤਾ ਕਿਹਾ ਜਾਂਦਾ ਹੈ ਅਤੇ ਉਹਨਾਂ ਦਾ ਜਨਮ ਦਿਨ ਹਰ ਸਾਲ ਗਾਂਧੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ। ਗਾਂਧੀ ਸੱਚ ਅਤੇ ਅਹਿੰਸਾ ਵਿੱਚ ਪੱਕਾ ਵਿਸ਼ਵਾਸ ਰੱਖਦੇ ਸਨ। ਉਹਨਾਂ ਦੇ ਆਦਰਸ਼ਾਂ ਤੋਂ ਨਾ ਸਿਰਫ ਭਾਰਤੀ ਸਗੋਂ ਵਿਦੇਸ਼ੀ ਵੀ ਪ੍ਰੇਰਿਤ ਹੋਏ। 2007 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਐਲਾਨ ਕੀਤਾ ਕਿ 2 ਅਕਤੂਬਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਮਨਾਇਆ ਜਾਵੇਗਾ। ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਇਸ ਦਿਨ ਨੂੰ ਨਵੀਂ ਦਿੱਲੀ ਦੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧ ਤੇ ਜਾ ਕੇ ਮਨਾਉਂਦੇ ਹਨ। ਫਿਰ ਉਹ ਭਾਰਤ ਦੇ ਹੋਰ ਰਾਜਨੀਤਿਕ ਨੇਤਾਵਾਂ ਦੇ ਨਾਲ ਉੱਥੇ ਪ੍ਰਾਰਥਨਾ ਕਰਦੇ ਹਨ। ਕਿਉਂਕਿ ਗਾਂਧੀ ਭਾਰਤ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ, ਇਸ ਲਈ ਵੱਖ-ਵੱਖ ਧਰਮਾਂ ਦੇ ਲੋਕ ਰਾਜਘਾਟ ਤੇ ਇਕੱਠੇ ਹੁੰਦੇ ਹਨ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੰਦੇ ਹਨ। ਗਾਂਧੀ ਜਯੰਤੀ ਨੂੰ ਦੇਸ਼ ਭਰ ਦੇ ਲੋਕ ਰਾਸ਼ਟਰੀ ਤਿਉਹਾਰ ਵਜੋਂ ਮਨਾਉਂਦੇ ਹਨ। ਕਿਉਂਕਿ ਇਹ ਰਾਸ਼ਟਰੀ ਤਿਉਹਾਰ ਹੈ, ਇਸ ਲਈ ਗਾਂਧੀ ਜਯੰਤੀ ਦੇ ਮੌਕੇ ਸਕੂਲ ਅਤੇ ਕਾਲਜ ਬੰਦ ਰਹਿੰਦੇ ਹਨ। ਗਾਂਧੀ ਜਯੰਤੀ ਵਾਲੇ ਦਿਨ ਸਕੂਲਾਂ ਅਤੇ ਕਾਲਜਾਂ ਵਿੱਚ ਕੁਝ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿੱਚ ਵਿਦਿਆਰਥੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਗਾਂਧੀ ਜਯੰਤੀ ਮਨਾਉਣ ਦੇ ਨਾਲ-ਨਾਲ ਸਾਨੂੰ ਮਹਾਤਮਾ ਗਾਂਧੀ ਦੇ ਮਹਾਨ ਆਦਰਸ਼ਾਂ ਤੋਂ ਪ੍ਰੇਰਿਤ ਹੋਣ ਦਾ ਪ੍ਰਣ ਲੈਣਾ ਚਾਹੀਦਾ ਹੈ। ਥੈਂਕ ਯੂ। Respected Head of the Political Science Department, Shri Narendra ji, बाकी फैकल्टी मैंबर्स धर्मवीर जी, अनु जी, पवन जी ਅਤੇ ਮੇਰੇ बहुत प्यारे विद्यार्थियों, ਅੱਜ ਅਸੀਂ ਇੱਥੇ ਜਦ ਖੜੇ ਹੋ ਕੇ ਗਾਂਧੀ ਜਯੰਤੀ ਮਨਾ ਰਹੇ ਹਾਂ ਤੇ ਅਸੀਂ ਇੱਕ ਆਪਣੇ ਜਿਹੜੇ ਰਾਸ਼ਟਰ ਪਿਤਾ ਹੈਗੇ ਆ ਉਹਨਾਂ ਨੂੰ ਆਪਾਂ ਆਪਣੀ ਸ਼ਰਧਾਂਜਲੀ ਸਮਰਪਿਤ ਕਰ ਰਹੇ ਹਾਂ। ਔਰ ਇਹ ਰਾਸ਼ਟਰ ਪਿਤਾ ਕਿਉਂ ਕਹਿਲਾਏ ਜਾਂਦੇ ਹੈ? ਤੁਸੀਂ ਸਾਰੇ ਪੋਲੀਟੀਕਲ ਸਾਇੰਸ ਦੇ ਸਟੂਡੈਂਟਸ ਹੈਗੇ ਹੋ, ਤੁਸੀਂ ਰਾਸ਼ਟਰ ਪਿਤਾ ਦੀ ਜੀਵਨੀ ਪੜ੍ਹੀ ਹੈ? ਇਹ ਉਸ ਜ਼ਮਾਨੇ 'ਚ ਇੰਨੇ ਪੜ੍ਹੇ ਲਿਖੇ ਸੀਗੇ, ਬੈਰਿਸਟਰ ਸੀਗੇ, ਵਿਦੇਸ਼ ਰਹਿੰਦੇ ਸੀ, ਕੰਮ ਕਰਦੇ ਸੀ ਔਰ ਇੱਕਦਮ ਤੋਂ ਇਹਨਾਂ ਨੇ ਰਿਅਲਾਈਜ਼ ਕੀਤਾ ਇੱਕ ਦਿਨ ਕਿ ਬਰਾਬਰੀ ਨਹੀਂ ਹੈ। ਅੰਗਰੇਜ਼ ਆਪਣੇ ਆਪ ਨੂੰ ਉੱਚਾ ਸਮਝਦੇ ਸੀ ਔਰ ਸਾਡੇ ਨਾਲ ਬਹੁਤ ਜ਼ਿਆਦਾ ਬੁਰਾ ਵਿਵਹਾਰ, ਦੁਰਵਿਵਹਾਰ ਕਰਦੇ ਸੀ। ਔਰ ਫਿਰ ਉਹਨਾਂ ਨੂੰ ਇਹ ਖਿਆਲ ਆਇਆ ਕਿ ਮੈਂ ਇੱਕ ਇਹੋ ਜਿਹੀ ਜ਼ਿੰਦਗੀ ਜੀ ਰਿਹਾ, ਇਹੋ ਜਿਹੀ ਜ਼ਿੰਦਗੀ ਨੂੰ ਛੱਡ ਕੇ, ਜਿਹੜੀ ਕਿ ਅੱਛੀ ਭਲੀ ਇੱਕ ਅੱਛੀ ਨੌਕਰੀ ਨੂੰ ਛੱਡ ਕੇ ਉਹ ਵਾਪਸ ਹਿੰਦੁਸਤਾਨ ਆਏ। ਔਰ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਅਨੇਕੋ ਅੰਦੋਲਨ ਕਰਕੇ ਅੱਜ ਜਿਹੜਾ ਅਸੀਂ ਇੱਕ ਆਪਣੇ ਆਪ ਨੂੰ ਇੰਡੀਪੈਂਡੈਂਟ ਇੰਡੀਆ ਕਹਿੰਦੇ ਹਾਂ, ਆਪਣੇ ਆਪ ਨੂੰ ਇੱਕ ਡੈਮੋਕ੍ਰੈਟਿਕ ਕੰਟਰੀ ਕਹਿੰਦੇ ਹਾਂ, ਆਪਣੇ ਆਪ ਨੂੰ ਬਰਾਬਰੀ ਦੇ ਪੱਧਰ ਤੇ ਮਹਿਸੂਸ ਕਰਦੇ ਹਾਂ, ਉਹਦੀ ਸ਼ੁਰੂਆਤ ਕਰਨ ਵਾਲੇ ਕੌਣ ਸੀਗੇ?
महात्मा गांधी ਸੀ। सो बच्चों इन्हां तो ਅਸੀਂ ਇਹਨਾਂ ਦੀ ਲਾਈਫ ਤੋਂ ਇੱਕ ਚੀਜ਼ ਜ਼ਰੂਰ ਸਮਝ ਸਕਦੇ ਹਾਂ ਕਿ ਜੇ ਆਪਣੇ ਤੇ ਵਿਸ਼ਵਾਸ ਹੈ, ਆਪਣਾ ਨਿਸ਼ਚਾ ਦ੍ਰਿੜ ਹੈ ਤੇ ਅਸੀਂ ਕੁਝ ਵੀ ਹਾਸਲ ਕਰ ਸਕਦੇ ਹਾਂ, ਅਸੀਂ ਕਿਤੇ ਵੀ ਪਹੁੰਚ ਸਕਦੇ ਹਾਂ। ਤੁਸੀਂ ਇਮੇਜਿਨ ਕਰੋ ਕਿ ਇੱਕ ਸਿੰਗਲ ਪਰਸਨ ਇੱਕ ਆਈਡੀਆ ਲੈ ਕੇ ਤੁਰੇ ਔਰ ਉਹਨਾਂ ਦੇ ਨਾਲ पूरा भारत जुड़ गया, इन्ना बड़ा अंदोलन कर लिया कि इन्नी महान ब्रिटिश एम्पायर जिन्हों हैगा उन्हों इन्होंने हराया और सानू आज़ादी दिला दी। सो जे नाले असी कहिए कि मैं निकला था अकेला मंजिल की तलाश में, लोग जुड़ते गए और काफिला बनता गया। सो इन्हां तो असी प्रेरणा अज दे दिन एक प्रेरणा आपां ये जरूर लईए और वो कली प्रेरणा आपां यही लैनी है कि आपां कदी एक व्यक्ति छोटा नहीं हुंदा, अकेला नहीं हुंदा, इरादा सही होना चाहिए सर। दूजी गल जिहदे ते महात्मा गांधी जी ने उस जमाने अज तो किन्ने 100 साल पहला, मतलब ऑलमोस्ट आई कुड से 100 years when he started, उन्होंने स्वच्छता के ऊपर बहुत ज़्यादा क्या सीगा कि अपने आप नूं तो स्वच्छ रखना है, जिस तरह मुनी सर ने भी कहा कि अपने विचारां नूं स्वच्छ रखना बहुत ज़रूरी है, माइंडसैट स्वच्छ रखना बहुत ज़रूरी है। पर दूजी गल जिहड़ी उन्होंने वो कही सी कि स्वच्छता ही सेवा है। स्वच्छता तो भाव की है सफाई रखना। सानू सारियां नूं सफाई पसंद है, आस पास सफाई पसंद है, पर वी कैन से अनफॉर्चुनेटली इंडिया एक साफ देश नहीं मन्निया जाता। सानू सारियां नूं पता है कि इंडिया विच बहुत गंदगी है। जिहड़ा कोई बाहरले देशों तो आंदा है वो इक्को ही गल कहंदा है कि वो देश बड़े साफ है। उन्हां देशों नूं साफ रखण वाले कौन है? कौन है? उधरले लोग है, उधरले निवासी है, उधरले वसन वाले लोग ही है। ते असी क्यों नहीं अपने देश नूं खूबसूरत बना सकते? अपने देश नूं असी क्यों नहीं स्वच्छ बना सकते? असी क्यों नहीं इस देश को साफ बना सकते? इसी करके 2 अक्टूबर को सरकार ने स्वच्छता दिवस के रूप में मनाना शुरू कर दिता है और सरकार इस चीज़ तो उम्मीद रखती है कि सारे नागरिक अपने आसपास अपना वातावरण और अपना जिन्ना भी एरिया है उसमें स्वच्छ रखेंगे, साफ रखेंगे और इस देश को बहुत खूबसूरत, बहुत सुंदर बना दिया जाएगा। With this, I'll take your leave. Thank you. प्रिंसिपल मैम, मेरे पॉलिटिकल साइंस डिपार्टमेंट तो हेड ऑफ डिपार्टमेंट प्रोफैसर नरिंदर जी, प्रोफैसर धर्मवीर जी, प्रोफैसर पवन जी, कैमिस्ट्री डिपार्टमेंट दे मैडम रंजना जेठ जी, कैमिस्ट्री डिपार्टमेंट तो कैमिस्ट्री डिपार्टमेंट ने हैड ने, इंग्लिश डिपार्टमेंट तो मैडम परमिंदर और MA फस्ट ईयर के स्टूडेंट्स, MA सैकेंड ईयर के और ग्रैजुएशन के भी कुछ एक बच्चे बैठे आ। सारिਆਂ ਦਾ ਇੱਥੇ ਅੱਜ इस प्रोग्राम ਦੇ ਵਿੱਚ स्वागत भी करते हैं और धन्यवाद भी करते हैं कि तुसी अज अपने कीमती विचारां दे नाल इस प्रोग्राम दे विच शिरकत की। अज ये प्रोग्राम जिहड़ा असीं लिखिया है इहदी इंपॉर्टेंस कल्ली साडे इंडिया देश दे विच ही नहीं है, वर्ल्ड दे विच इंटरनेशनल पीस डे भी असी महात्मा गांधी जी नूं याद करके सैलीब्रेट किया जाता है। सो इंडियन असी पोलिटिकल साइंस दे विच महात्मा गांधी जी नूं एक फिलोसफर के तौर पर देखते, एक अच्छे फिलोसफर के तौर पर क्यों देखते हैं? क्योंकि उन्होंने सानू बहुत अच्छिया थ्योरीज दित्तियां। थ्योरीज किस तरह दित्तियां कि नॉन कोऑपरेशन मूवमेंट है, वो साडे लई नॉन कोऑपरेशन मूवमेंट करके असी पढ़ते हैं, एक थ्योरी करके पढ़ते हैं। अहिंसा है, इस तो इलावा जिहड़ा है उन्होंने साडी सोसाइटी नूं यूनिटी, स्ट्रेंथ, पंचायती राज का सपना दिखाया सी। जिहड़ा पंचायती राज एक निरोल इंडियन कॉन्सैप्ट है। जेकर असी कहने कि असी पार्लीमेंटरी फॉर्म ऑफ गवर्नमेंट इंग्लैंड तो देख के
ਉਥੋਂ ਸੰਵਿਧਾਨ ਨੂੰ ਫੋਲੋ ਕਰਕੇ ਅਸੀਂ ਅਡਾਪਟ ਕਰ ਲਈ ਔਰ ਇਸੇ ਤਰ੍ਹਾਂ ਅਸੀਂ ਮੌਲਿਕ ਅਧਿਕਾਰ ਅਮਰੀਕਾ ਨੂੰ ਫੋਲੋ ਕਰਕੇ ਸ਼ਾਮਲ ਕਰ ਗਏ ਔਰ ਦੂਸਰੀਆਂ ਕਈ ਚੀਜ਼ਾਂ ਸੀ ਦੂਸਰੇ ਸੰਵਿਧਾਨਾਂ ਤੋਂ ਪ੍ਰਭਾਵਿਤ ਹੋ ਕੇ ਇੰਡੀਆ ਦੇ ਵਿੱਚ ਸ਼ਾਮਲ ਕੀਤੀਆਂ ਤੇ ਇਹ ਪੰਚਾਇਤੀ ਰਾਜ ਦੀ ਕਨਸੈਪਟ ਜਿਹੜੀ ਸੀ ਇਹ ਨਿਰੋਲ ਇੰਡੀਅਨ ਕਨਸੈਪਟ ਸੀ। ਇੰਡੀਅਨ ਕਨਸੈਪਟ ਦਾ ਮਤਲਬ ਹੈ ਆ ਕਿ ਇਹ ਸਾਡੇ ਗਾਂਧੀ ਜੀ ਦਾ ਸੁਪਨਾ ਸੀ। ਮਹਾਤਮਾ ਗਾਂਧੀ ਜੀ ਨੇ ਇਹ ਸੋਚਿਆ ਸੀ ਕਿ ਸਾਡੇ ਪਿੰਡ ਇੰਡੀਪੈਂਡੈਂਟ ਹੋਣਗੇ ਔਰ ਇਹਦੇ ਵਿੱਚ ਪਿੰਡਾਂ ਦਾ ਪ੍ਰਬੰਧ ਜਿਹੜਾ ਹੈ ਆ ਉਹ ਪਿੰਡਾਂ ਦੇ ਲੋਕ ਖੁਦ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਮਿਲ ਕੇ ਚਲਾਣਗੇ। ਇਹ ਇੱਕ ਉਸ ਟਾਈਮ ਦਾ ਉਹਨਾਂ ਦਾ ਸੁਪਨਾ ਦੇਖਿਆ ਔਰ ਅਗਰ ਹੁਣ ਅਸੀਂ ਦੇਖਦੇ ਹਾਂ ਤੇ ਇਹ ਕਨਸੈਪਟ ਸਾਡੇ ਵਿੱਚ ਪ੍ਰੈਕਟੀਕਲੀ ਲਾਗੂ ਹੋਈ ਹੈ ਆ ਔਰ ਬਹੁਤ ਹੀ ਸਕਸੈਸਫੁਲ ਤਰੀਕੇ ਦੇ ਨਾਲ ਇਹ ਚੱਲ ਰਹੀ ਆ। ਇਹ ਇੱਕ ਥਿਊਰੀ ਦੀ ਗੱਲ ਕੀਤੀ ਜਿਹੜੀ ਉਹਨਾਂ ਨੇ ਪੰਚਾਇਤੀ ਰਾਜ ਦਾ ਸੁਪਨਾ ਦੇਖਿਆ ਸੀ। ਸੋ ਇਹਦੇ ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪੜ੍ਹਦੇ ਆ ਔਰ ਮੈਡਮ ਪ੍ਰਿੰਸੀਪਲ ਦਾ ਅਸੀਂ ਥੈਂਕਸ ਕਰਦੇ ਕਿਉਂਕਿ ਅੱਜ ਕਈ ਜਗ੍ਹਾ ਤੇ ਫੰਕਸ਼ਨ ਚੱਲ ਰਹੇ ਆ ਔਰ ਮੈਡਮ ਨੇ ਉੱਥੇ ਵੀ ਸ਼ਿਰਕਤ ਕਰਨੀ ਆ। ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ। ਹਾਂਜੀ, ਥੈਂਕ ਯੂ ਮੈਮ, ਥੈਂਕ ਯੂ ਸੋ ਮਚ। Revolution, which was named as Swachh Bharat Abhiyan. So, a clean environment leads to a healthy life. Let's join our hands and clean our nation. This is our logo and our motif, and this revolution has taught us this. So, what are the main objectives of Swachh Bharat Abhiyan? As we all know, our Prime Minister had made a revolutionary step towards the development of the country. And the main objectives of this Swachh Bharat Abhiyan is to bring behavioral change in the people towards sanitation and hygiene. And the second is to make India an open defecation-free country in 5 years. The first step is about that, as we know that in India, people clean their house and we throw dust in others' house. So we should have a responsibility towards our country, and we should also clean our country as well. And the third is to make our villages, towns clean by removing waste from streets, roads, garden, houses, etc. So now the waste management is, we all know, waste management is major problem in India. In India, about 43 million tons, that is 70% of the waste are collected, of which about 12 millions are treated and 31 millions are dumped in landfills and oceans. And in oceans are fishes and other aquatic animals, as well as human beings, and environment is affected by this waste management. So, the waste that are dumped in landfills and oceans are very harmful for environment and humans. So, what are the solutions for this waste? Now, solutions for waste management are, India generates about 3.4 million tons of plastic waste in a year. About 30% of which is recycled and rest is wasted. But India is a land of genius personalities, and one of them is Dr. Rajagopal Vasudeva. He is a Padma Shri awarded, and he devised an innovative way of disposing plastic waste. He had devised that we can construct road with the help of the plastic, and with this ingenious discovery of building Indian roads using plastic waste, he harnessed his vast knowledge of chemistry for the greater good. Roads built by the reused plastic waste, we have some images here. Another solution for managing plastic waste is, the solution is in steps, and the step 1 is plastic waste can be minimized by burning it above 800 degrees Celsius. The gas released is only carbon dioxide and water. As we know, when we burn plastic, very harmful and toxic gas are released from it. But if we burn plastic above 800 degrees Celsius, then the gases released are carbon dioxide and water. And further, the gases which are released can be cleared by fuel gas treatment. This is a plant common in every country. And Sweden is using this way of cleaning the gas and using it as electricity and heat. So, ways in which we can contribute to a Swachh Bharat Abhiyan is, by keeping our house and surrounding clean, an individual can inspire others in locality too. We can participate in cleanliness drives and provide our contribution. Every individual and community also can take steps to clean a specific area and ask others to join them. We should have a personal responsibility towards our society, and we can start in small steps.
first we can start from our house, then in small steps we can make a contribution towards our country to clean it. So sorting garbage seems like a mundane task, tedious task. Well, it is one of the most effective way of controlling the garbage disposable of the world. Sort them into two categories: biodegradable and non-biodegradable. Plastic waste can be removed and minimized by when waste can be managed by when we distribute waste in two categories, that is biodegradable and non-biodegradable. This is a very effective way of managing the waste. The last point is reuse and recycle are those two magic mantras in creating cleaner surrounding. So thank you all for listening and happy Swachh Bharat Abhiyan. Of the department, Madam Ranjana ji, faculty members of the chemistry department, Madam Meenakshi, Sukhvinder sir, present faculty members from other departments, and my very dear students. Jai Hind. और जोर से जय हिंद। स्टूडेंट्स, आपने ਤੁਸੀਂ ਵੱਡੀਆਂ ਵੱਡੀਆਂ ਗੱਲਾਂ ਸੁਣੀਆਂ ਹੋਣੀਆਂ ਆਜ਼ਾਦੀ ਦੇ ਬਾਰੇ। ਤੁਸੀਂ ਦੇਖਿਆ ਹੋਣਾ ਕਿ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਕਿੰਨਾ ਬਲੱਡ ਸ਼ੈਡ ਹੋਇਆ, ਕਿੰਨੇ ਲੋਕਾਂ ਨੇ ਆਪਣੀ ਜਾਨ ਦਿੱਤੀ, ਔਰ ਫਿਰ ਜਾ ਕੇ ਸਾਨੂੰ ਅੱਜ ਇਹ ਆਜ਼ਾਦੀ ਮਿਲੀ ਕਿ ਅਸੀਂ ਇੱਕ ਆਜ਼ਾਦ ਦੇਸ਼ ਵਿੱਚ ਬੈਠੇ ਹਾਂ ਤੇ ਆਪਣੇ ਆਪ ਨੂੰ we feel very proud, गर्व महसूस कर रहे हैं कि आज we are a free nation। करते हो कि नहीं? We are proud। बट किसी भी नेशन ਨੂੰ बनाए रखन ਲਈ बच्चों एक डिफरेंट नेचर ऑफ पेट्रियाटिज्म ਦੀ ਜ਼ਰੂਰਤ ਹੁੰਦੀ ਹੈ, ਦੇਸ਼ ਪਿਆਰ ਦੀ ਜ਼ਰੂਰਤ ਹੁੰਦੀ ਹੈ, ਦੇਸ਼ ਪ੍ਰੇਮ ਦੀ ਜ਼ਰੂਰਤ ਹੁੰਦੀ ਹੈ। ਉਸ ਟਾਈਮ ਵਿੱਚ ਲੋੜ ਸੀਗੀ ਸਾਨੂੰ ਯੋਧਾ ਭਗਤ ਸਿੰਘ ਜਾਂ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਵਰਗੀ ਸੋਚ ਦੀ, ਫਿਲਾਸਫੀ ਦੀ, where they taught us, ਜਿੱਥੇ ਸਾਨੂੰ ਸਿਖਾਇਆ ਗਿਆ how to fight against that enormous British Empire। ਐਡੇ ਵੱਡੇ empire ਤੋਂ, ਇੰਨੇ ਜ਼ਿਆਦਾ ਪਾਵਰਫੁਲ ਬ੍ਰਿਟਿਸ਼ empire ਤੋਂ ਉਹਨਾਂ ਨੇ ਸਾਨੂੰ ਆਜ਼ਾਦੀ ਦਿਲਾਈ। ਪਰ ਅੱਜ ਸਾਡਾ ਦੇਸ਼ ਸਾਤੋਂ ਇੱਕ ਛੋਟੀ ਜਿਹੀ ਮੰਗ ਕਰ ਰਿਹਾ ਹੈ, ਔਰ ਉਹ ਕੀ ਮੰਗ ਕਰ ਰਿਹਾ ਹੈ ਕਿ ਅਸੀਂ ਆਪਣੇ ਦੇਸ਼ ਨੂੰ ਸਾਫ਼ स्वच्छ बना कर रखिए, और इस करके सानू स्वच्छता अभियान चलाना पै रहा है, जेड़े कि एक चीज़ नैचुरली सानू आनी चाहिए है, बिकॉज दे से क्लीनलीनेस इज नेक्स्ट टू गॉडलीनेस। जे तुसी प्रभु दे गॉड दे क्लोज भी जाना है, देन ऑल्सो यू शुड बी क्लीन, बिकॉज ओनली क्लीनलीनेस विल गिव यू गुड हेल्थ। थानू पता है मैं थोड़े जब ऑफिस में बैठती हाँ, दिन में आई गेट मल्टीपल एप्लीकेशंस टाइफॉइड डेंगी, टाइफॉइड डेंगी। साइंस स्टूडेंट्स हैगे हो, तुसी अंडरस्टैंड करते हो कि ये दोनों बीमारियां सफाई नाल दूर कीतियां जा सकदियां हैं। टाइफॉइड वर्गी बीमारी आनी ही नहीं चाहिए किसी देश में। दिस इज जस्ट ड्यू टू वेरी डर्टी हाइजीन। वी ऑल नो इट। डू यू ऑल नो इट केमिस्ट्री स्टूडेंट्स? डेंगी क्यों हो रहा है? बिकॉज सानू अपना एनवायरनमेंट साफ नहीं रखना आंदा। वो की वो मच्छर है जेड़े इन्नी बुरी तरह बीमारी फैला रहे हैं कि पीपल आर ऑलमोस्ट ऑन देयर डेथ बेड्स। पर इस लिए भी सानू सरकार नू आके एक मुहिम चलानी पै रही और दसना पै रहा है कि भाई सफाई रख लो। डोंट वी थिंक दैट दिस इज आवर पर्सनल ड्यूटी टू डू इट? एक ही साडा फर्ज नहीं बनता और एक साडा स्वभाव बन जाना चाहिए। ये नहीं कि साल च एक दिन थोड़ा जी सफाई कर ली और उस तो बाद असीं बैठे हाँ कि कोई होर करेगा। लेट अस लर्न सम डिग्निटी ऑफ लेबर। असी कोशिश करिए सफाई करन च कोई बुराई नहीं। असी कोशिश करिए कि ना केवल अपना घर, अपना आला दुआला, पर अपना पूरा देश, अपना शहर, अपना कॉलेज, हर चीज़ नूं साफ रखिए। इस सफाई नूं जे असीं थोड़ा जिहा अगे लै जाइए तो कल्ला प्लास्टिक चक के डस्टबिन्स भरना ही सफाई नहीं है। दैट इज नॉट ऑल व्हाट इज क्लीनलीनेस अबाउट। क्लीनलीनेस ऑल्सो मीन्स टू स्टॉप यूजिंग सिंगल यूज प्लास्टिक्स, स्टॉप क्रिएटिंग गार्बेज। कोशिश करो कि तुसी घट तो घट यूटिलाइज करो वो चीज़ां विच आर बैड फॉर द एनवायरनमेंट।
So avoid it. Start carrying glass water bottles, start carrying steel water bottles, stop using single-use plastics, stop using disposable glasses and spoons. ਤੁਹਾਨੂੰ ਪਤਾ ਹੈ ਇੱਕ ਪਾਰਟੀ ਤੋਂ ਬਾਅਦ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ, you will be surprised to see ਕਿ ਜਿੰਨੇ ਪੰਡਾਲ ਤੋਂ ਬਾਹਰ ਸਟਾਲ ਲੱਗੇ ਹੁੰਦੇ ਹੈ ਉੱਥੇ ਸਾਰੇ disposable plates और disposable चम्मच ਨਾਲ snacks serve ਹੋ ਰਹੇ ਹੁੰਦੇ। Where is all that garbage going to go? कितने जाएगा? पहली गल तो सड़कों ते रुलेगा, बिकॉज इन अ कंट्री लाइक इंडिया सफाई तो आप बात एक्सपैक्ट ही नहीं कर सकते। पर जे साडे देश में सफाई हो भी जाती है तो इन्ना ज़्यादा 150 years it will take for that plastic to disintegrate, and in that 150 years किन्ना कैंसर, किन्ना टॉक्सिक कैमिकल साडे देश में फैलाया जाएगा, किन्नी तरह दी बीमारियां होंगियां, छोटे बच्चों तो लेके जानवरों तक सारे ਇਹਦੇ ਵਿੱਚ ਬਿਮਾਰ ਹੋ ਜਾਣਗੇ। ਡੂ ਵੀ ਵਾਂਟ ਟੂ ਡੂ ਸੱਚ ਅ ਸਿਨ ਕਿ ਇਸ ਦੇਸ਼ ਲਈ ਇਸ ਦਿਨ ਲਈ ਅਸੀਂ ਆਜ਼ਾਦੀ ਮੰਗ ਰਹੇ ਸੀ। ਐਂਡ ਸੈਕੰਡਲੀ ਸਟੂਡੈਂਟਸ ਆਲਸੋ ਯੂਜ਼ ਰੀਸਾਈਕਲੇਬਲ ਫੈਸ਼ਨ ਪ੍ਰੋਡਕਟਸ। ਜਿੰਨਾ ਅਸੀਂ ਫੈਸ਼ਨ ਦੀ ਦੌੜ 'ਚ ਲੱਗੇ, ਆਈ ਨੋ ਪਰਚੇਸਿੰਗ ਪਾਵਰ ਵੱਧ ਗਈ ਹੈ ਸਾਡੀ। ਵੀ ਵਾਂਟ ਲੋਟਸ ਆਫ ਸ਼ੂਜ਼, ਸੈਂਡਲਸ, ਬੈਗਸ ਐਂਡ ਮੈਨੀ ਅਦਰ ਪ੍ਰੋਡਕਟਸ, ਬਟ ਕੋਸ਼ਿਸ਼ ਕਰੋ ਟੂ ਲਿਮਿਟ योर डिज़ायर। Let us not create so much of garbage कि आने वाली generations साडी generation दा इकट्ठा किया होया garbage ਨੂੰ dispose of ना कर सके। So we have to think from all levels. With this, I know all the students are very aware, and to see you are the future of India tomorrow. मैं एक कोई request करांगी, जिस तरह की रंजना मैम ने भी हुनी सौं चुकाई है, असी यही अपना मैसेज अपनी community विच और lifelong in the whole country, you should be the warriors for cleanliness। ਤੁਸੀਂ ਇਸ ਦੇਸ਼ ਵਿੱਚ ਸਫਾਈ ਲਿਆਣੀ ਹੈ, ਸਵੱਛਤਾ ਲਿਆਣੀ ਹੈ, ਤੁਸੀਂ ਇਸ ਦੇਸ਼ ਨੂੰ ਇੰਨਾ ਜ਼ਿਆਦਾ ਖੂਬਸੂਰਤ ਔਰ ਸੋਹਣਾ ਬਣਾ ਦੇਣਾ ਹੈ ਕਿ ਲੋਕੀ ਦੁਨੀਆ ਤੋਂ ਇਸ ਦੇਸ਼ ਨੂੰ ਦੇਖਣ ਲਈ ਆਣ ਔਰ ਮਿਸਾਲ ਦੇਣ ਕਿ ਇੰਡੀਅਨਸ ਵਰਗੀ ਸਫਾਈ ਕੋਈ ਰੱਖ ਨਹੀਂ ਸਕਦਾ, ਇੰਡੀਆ ਵਰਗੀ ਸਾਫ਼ ਕੰਟਰੀ ਕੋਈ ਹੋ ਨਹੀਂ ਸਕਦੀ। ਕੱਲ ਦਾ ਸੁਪਨਾ ਤੁਹਾਡਾ ਇਹ ਹੈ, ਤਾਂ ਹੀ ਅਸੀਂ ਮਹਾਤਮਾ ਗਾਂਧੀ ਜੀ ਨੂੰ ਅਸਲੀ ਸ਼ਰਧਾਂਜਲੀ ਦੇ ਸਕਾਂਗੇ ਅੱਜ ਉਹਨਾਂ ਦੇ ਬਰਥ ਐਨੀਵਰਸਰੀ ਤੇ। ਕੈਨ ਵੀ ਡੂ ਇਟ? ਕਰ ਸਕਾਂਗੇ ਆਪਾਂ ਕਿ ਅਸੀਂ ਵੀਜ਼ੇ ਕਟਾ ਕੇ ਬਾਹਰਲੇ ਦੇਸ਼ਾਂ ਜਾ ਕੇ ਉਹਨਾਂ ਦੀ ਹੀ ਤਾਰੀਫਾਂ ਕਰਾਂਗੇ? Let us make this country beautiful, and we should all do it. With this message, I take your leave. Jai Hind. Jai Hind. Thank you. Thank you so much. ਮੇਰਾ ਨਾਮ ਅੰਜਲੀ ਹੈ। ਮੈਂ ਸੈਕੰਡ ਈਅਰ ਕਲਾਸ ਦੀ ਸਟੂਡੈਂਟ ਹਾਂ। ਸਾਨੂੰ ਇਸ ਦਿਵਸ ਤੇ ਸਾਨੂੰ ਪਲਾਸਟਿਕ ਦੀ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਨਸ਼ਿਆਂ ਤੋਂ ਦੂਰ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤ ਕਰਨਾ ਚਾਹੀਦਾ ਉਹਨਾਂ ਨੂੰ। ਤੇ ਅੱਜ ਸਾਡੇ ਇੱਥੇ ਕਾਲਜ ਵਿੱਚ ਇਵੈਂਟ ਮਨਾਇਆ ਗਿਆ ਹੈ, ਗਾਂਧੀ ਜੀ ਦੇ ਜਨਮ ਦਿਨ ਦਾ ਬਹੁਤ ਵਧੀਆ ਦਿਵਸ ਮਨਾਇਆ ਗਿਆ ਹੈ। ਅੱਜ ਅਸੀਂ ਬਹੁਤ ਵੱਡੇ ਪੱਧਰ ਤੇ ਇਸ ਅੰਦੋਲਨ ਨੂੰ ਲੈ ਕੇ ਅੱਗੇ ਚੱਲੇ ਹਾਂ। ਸਾਡੇ ਕਾਲਜ ਵਿੱਚ ਹਰੇਕ ਡਿਪਾਰਟਮੈਂਟ ਨੇ ਆਪਣੇ ਡਿਪਾਰਟਮੈਂਟ ਦੀ ਸਫਾਈ ਕੀਤੀ, ਜਿਸ ਨੂੰ ਅਸੀਂ ਸ਼੍ਰਮਦਾਨ ਦਾ ਨਾਮ ਦਿੱਤਾ। ਉਸ ਤੋਂ ਬਾਅਦ ਸਾਡੇ ਕਾਲਜ ਵਿੱਚ 3 ਡਿਪਾਰਟਮੈਂਟਸ ਵਿੱਚ ਸੈਮੀਨਾਰ ਹੋਏ ਨੇ। ਗਾਂਧੀ ਫਿਲਾਸਫੀ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਨੇ ਕਰਾਈ, ਕੈਮਿਸਟਰੀ ਡਿਪਾਰਟਮੈਂਟ ਨੇ ਸਵੱਛਤਾ ਅਭਿਆਨ ਅਤੇ ਕਲੀਨਲੀਨੈਸ ਇਜ਼ ਨੈਕਸਟ ਟੂ ਗੋਡਲੀਨੈਸ ਅ ਵਰਚੂ ਤੇ ਸੈਮੀਨਾਰ ਕਰਾਇਆ। ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਨੇ ਰਨ ਫॉर ਕਲੀਨਲੀਨੈਸ ਕਰਾਈ ਹੈ। ਪੂਰੇ ਕਾਲਜ ਵਿੱਚ ਸਲੋਗਨਰਿੰਗ ਕੀਤੀ ਹੈ, ਸਲੋਗਨਸ ਦਿੱਤੇ ਨੇ। ਔਰ ਹੁਣ ਸਾਡੇ ਕਾਲਜ ਵਿੱਚ ਡਿਬੇਟ ਵੀ ਹੋਣ ਜਾ ਰਹੀ ਹੈ ਇਸੀ ਉਪਲਕਸ਼ ਵਿੱਚ। ਮੈਂ ਬਸ ਇੱਕੋ ਹੀ ਮੈਸੇਜ ਦੇਣਾ, ਇੱਕੋ ਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਇਹ ਸਾਡੀ ਇੱਕ ਨੈਚੁਰਲ ਹੈਬਿਟ, ਡੇਲੀ ਹੈਬਿਟ ਬਣ ਜਾਣੀ ਚਾਹੀਦੀ ਹੈ ਸਫਾਈ, ਤਾਂ ਕਿ ਸਾਡਾ ਆਲੇ ਦੁਆਲਾ, ਸਾਡਾ ਵਾਤਾਵਰਨ ਹਰ ਤਰੀਕੇ ਨਾਲ ਸਵੱਛ ਰਹੇ। ਇਹ ਕੇਵਲ ਇੱਕ ਦਿਨ ਦੀ ਮੁਹਿੰਮ ਨਹੀਂ, ਇਹ ਸਾਡੀ ਇੱਕ ਬੇਸਿਕ ਹੈਬਿਟ ਔਰ ਇੱਕ ਬੇਸਿਕ ਨੈਸੈਸਿਟੀ ਹੈ ਜਿਸ ਨੂੰ ਅਸੀਂ ਰੋਜ਼ ਕਰੀਏ। ਔਰ ਜੋ ਨਾਰਾ ਹੈ ਕਿ 100 ਘੰਟੇ ਹਰੇਕ ਇਨਸਾਨ ਨੂੰ ਸਫਾਈ ਲਈ ਦੇਣੇ ਚਾਹੀਦੇ ਨੇ, ਮੈਂ ਉਸ ਨਾਰੇ ਦਾ ਦੁਬਾਰਾ ਤੋਂ ਪੁਰਜੋਰ ਸਮਰਥਨ ਕਰਦੀ ਹਾਂ, ਬੀਇੰਗ ਵਾਈਸ ਪ੍ਰਿੰਸੀਪਲ ਗਵਰਨਮੈਂਟ ਕਾਲਜ ਹੁਸ਼ਿਆਰਪੁਰ।
सर मेरा नाम डॉक्टर परमजीत कौर है। मैं असिस्टेंट प्रोफैसर फिजिकल एजुकेशन इत्थे बतौर वर्क कर रही हाँ और अज का साडा जिहड़ा दिहाड़ा मनाया जा रहा वो सफाई के लिए जागरूकता नूं लैके मेन साडा फोकस है। और इस तो इलावा असी अपनी यंग जनरेशन नूं फिटनेस के थ्रू किवें मैसेज दे सकते हैं कि वो नशियां तो मुक्त रहन और वध तो वध अपनी सेहत ते तंदुरुस्ती वाल वध तो वध ध्यान देन, जो कि खेडां द्वारा ही संभव है। जिवें कि साडी पंजाब सरकार खेडां वतन पंजाब दियां करवा रही है, ਅਸੀਂ ਆਪਣੇ ਡਿਪਾਰਟਮੈਂਟ ਦੇ ਬੱਚਿਆਂ ਦੀ ਵੀ ਵੱਧ ਤੋਂ ਵੱਧ ਉਹਦੇ ਵਿੱਚ ਪਾਰਟਿਸਿਪੇਸ਼ਨ ਕਰਵਾ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਇੱਕ ਮੌਕਾ ਮਿਲੇ ਕਿ ਉਹ ਸਮਾਜ ਵਿੱਚ ਅੱਗੇ ਵੱਧ ਤੋਂ ਵੱਧ ਸਫਾਈ ਦੇ ਨਾਲ ਹੋਰ ਮੌਕਿਆਂ ਦੇ ਨਾਲ ਆਪਣੇ ਸਮਾਜ ਦੇ ਵਿੱਚ ਯੋਗਦਾਨ ਪ੍ਰਦਾਨ ਕਰਨ। ਔਰ ਇਸ ਤੋਂ ਇਲਾਵਾ ਸਮਾਜ ਦੇ ਵਿੱਚ ਰਹਿ ਕੇ ਉਹ ਆਪਣੇ ਆਪ ਸੋਸਾਇਟੀ ਦੇ ਵਿੱਚ ਇੱਕ ਚੰਗਾ ਮੈਸੇਜ ਆਪਣੀ ਕ੍ਰੀਏਟੀਵਿਟੀ ਦੇ ਨਾਲ ਕੀ ਦੇਣਾ ਚਾਹੁੰਦੇ ਆ। ਸੋ ਅੱਜ ਸਾਡੇ ਬੱਚਿਆਂ ਨੇ ਵੀ ਇੱਕ ਵਧੀਆ ਉਪਰਾਲਾ ਕੀਤਾ ਹੈ ਕਿ ਜਿਵੇਂ ਇੱਕ ਬੱਚਾ ਗਾਂਧੀ ਜੀ ਦੇ ਪ੍ਰੋਪਰ ਡਰੈਸਅਪ ਦੇ ਵਿੱਚ ਆਇਆ ਹੈ ਔਰ ਕੁਝ ਬੱਚਿਆਂ ਨੇ ਸਲੋਗਨ ਤਿਆਰ ਕੀਤੇ ਨੇ, ਕੁਝ ਬੱਚਿਆਂ ਨੇ ਯੋਗਾ ਐਕਟੀਵਿਟੀਜ਼ ਤਿਆਰ ਕੀਤੀਆਂ ਹੈ। ਸੋ ਇਸ ਤਰ੍ਹਾਂ ਇਹ ਸਫਾਈ ਦਾ ਵੀ ਮੈਸੇਜ ਦੇ ਰਹੇ ਨੇ ਔਰ ਇਸ ਤੋਂ ਇਲਾਵਾ ਫਿਟਨੈਸ ਦਾ ਵੀ ਦੇ ਰਿਹਾ ਕਿ ਗੋ ਕਲੀਨ, ਗੋ ਗ੍ਰੀਨ ਐਂਡ ਗੋ ਫॉर ਫਿਟਨੈਸ। ਸੋ ਥੈਂਕ ਯੂ ਸੋ ਮਚ ਸਰ ਕਿ ਤੁਸੀਂ ਸਾਡੇ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਦੇ ਵਿਹੜੇ ਦੇ ਵਿੱਚ ਆਏ ਔਰ ਸਭ ਤੋਂ ਵਧੀਆ ਉਪਰਾਲਾ ਜਿਹੜਾ ਸਾਡੇ ਬੱਚਿਆਂ ਦੁਆਰਾ ਅੱਜ ਕੀਤਾ ਗਿਆ ਹੈ ਸਪੈਸ਼ਲੀ, ਤੇ ਉਸ ਨੂੰ ਤੁਸੀਂ ਸਪੋਰਟ ਕੀਤਾ। ਥੈਂਕ ਯੂ ਸੋ ਮਚ ਸਰ। रघुपति राघव राजा राम, पतित पावन सीताराम। रघुपति राघव राजा राम, पतित पावन सीताराम। सीताराम सीताराम, भज प्यारे तू सीताराम। सीताराम सीताराम, भज प्यारे तू सीताराम। रघुपति राघव राजा राम, पतित पावन सीताराम। रघुपति राघव राजा राम, पतित पावन सीताराम। ईश्वर अल्लाह तेरो नाम, सबको सन्मति दे भगवान। ईश्वर अल्लाह तेरो नाम, सबको सन्मति दे भगवान। रघुपति राघव राजा राम, पतित पावन सीताराम। रघुपति राघव राजा राम, पतित पावन सीताराम। रात को निंदिया दिल को काम, कभी भजोगे प्रभु का नाम। गाते रहिए अपने गान, लेके रहिए हरि का नाम। रघुपति राघव राजा राम, पतित पावन सीताराम। रघुपति राघव राजा राम, पतित पावन सीताराम।
सीताराम भज प्यारे तू सीताराम 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 भज प्यारे तू सीताराम रघुपति राघव राजा राम पतित पावन सीताराम रघुपति राघव राजा राम पतित पावन सीताराम पतित पावन सीताराम पतित पावन सीताराम।